ਗੁਰਮਤਿ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮਨਾਂ ਨੂੰ ਇਕਾਗਰਤ ਕਰਨ ਦੇ ਲਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੀ ਸਿਫਤ ਸਲਾਹ ਵਿੱਚ ਪੰਕਤੀ ਦਾ ਰਲ ਕੇ ਗਾਇਨ ਕਰੀਏ। ਕੋਈ ਰਸਨਾ ਖਾਲੀ ਨਾ ਰਹੇ। ਪੰਕਤੀ ਆਪ ਜੀ ਨੂੰ ਯਾਦ ਹੀ ਜਿਹੜੀ ਅਸੀਂ ਅਕਸਰ ਗਾਇਨ ਕਰਦੇ ਹਾਂ। ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ऐसे गुर को बल बल जाइए, ऐसे गुर को बल बल जाइए। ऐसे गुर को बल बल जाइए, ऐसे गुर को बल बल जाइए। आप मुक्त मोहि तारै, आप मुक्त मोहि तारै। आप मुक्त मोहि तारै, आप मुक्त मोहि तारै। परम सत्कारयोग जुगो जुग अटल गुरगद्दी ते सुभाईमान सर्ब सांझी वालता दे रहबर साहिबे बरकत, साहिबे इकबाल, साहिबे कमाल, साहिबे जलाल, नूरे नज़र सरवरे कायनात, शब्द गुरु धन 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 साहिब श्री गुरु ग्रंथ साहिब जी महाराज पातशाह जी दे पावन चरना अंदर सुशोभित गुरु सवारे, गुरु प्यारे सत्संगी जनों, इस विशाल महान समागम दे विच आप एकत्रित होए हो। समूह अफगान सिख संगत वल्लों सिख संगत यूके दे सहयोग दे सदका खालसा साधना दिवस अते साहिब श्री गुरु नानक देव जी महाराज पातशाह जी का 550वां प्रकाश पुरब इन्हां 3 दीवानां दे विच इस स्थान ते बड़े ही प्यार श्रद्धा सहित मनाया जा रहा है। इसलिए कोशिश करांगा कि गुरु नानक साहिब जी दे खासकर 550वें साल के पुरब नूं समर्पित गुरु नानक साहिब जी की बाणी तो ही विचार आरंभ की जाए। इस करके अज का जिहड़ा विषय मैं मंगलाचरण ते ही रखांगा। पावन विचारां दी सांझ पाउण तो पहला बड़े ही प्यार अदब सत्कार दे नाल रसभरी आवाज़ विच फतेह बुलाओ जी। वाहिगुरू जी का खालसा, वाहिगुरू जी की फतेह। 4 चीज़ां ने मूल, कबूल, अस्थूल ते फजूल। जिहड़ा मूल नाल जुड़ गया वो कबूल हो गया, ते जिहड़ा अस्थूल नाल जुड़ गया वो फजूल हो गया। जिवें मूल है आत्मा, स्थूल है शरीर, और मूल तो बिना शरीर किसी काम का नहीं। इस तरह मूल है निरंकार ते अस्थूल है संसार।
ਜਿਹੜਾ ਸੰਸਾਰ ਨਾਲ ਜੁੜ ਗਿਆ ਉਹ ਫਜ਼ੂਲ ਰਹਿ ਗਿਆ, ਜਿਹੜਾ ਨਿਰੰਕਾਰ ਨਾਲ ਜੁੜ ਗਿਆ ਉਹ ਕਬੂਲ ਹੋ ਗਿਆ। ਮੂਲ ਹੈ ਨਿਰੰਕਾਰ। ਇਹੀ ਕਾਰਨ ਧਰਤੀ ਦੇ ਜਿੰਨੇ ਵੀ ਗ੍ਰੰਥ ਨੇ ਉਹ ਸਾਰੇ ਮੰਤਰ ਤੋਂ ਸ਼ੁਰੂ ਹੁੰਦੇ ਨੇ, ਪਰ ਵਾਹਿਦ ਧੰਨ ਗੁਰੂ ਗ੍ਰੰਥ ਸਾਹਿਬ ਜਿਹੜਾ ਮੂਲ ਤੋਂ ਸ਼ੁਰੂ ਹੁੰਦਾ ਹੈ। ਮੂਲ ਹੈ ਇੱਕ ਓੰਕਾਰ। ਇੱਥੋਂ ਸ਼ੁਰੂਆਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮੂਲ ਤੋਂ ਆਰੰਭ ਹੁੰਦੇ ਨੇ, ਇੱਕ ਤੋਂ ਸ਼ੁਰੂਆਤ ਹੈ। ਔਰ ਇਸ ਮੂਲ ਨੂੰ ਸਮਝਣ ਵਾਸਤੇ ਇੱਕ ਓਂਕਾਰ ਦੀ ਵਿਆਖਿਆ ਫਿਰ ਮੰਗਲਾਚਰਨ ਹੈ, ਤੇ ਮੰਗਲਾਚਰਨ ਦੀ ਵਿਆਖਿਆ ਪੂਰਾ ਜਪਜੀ ਸਾਹਿਬ ਦਾ ਸਿਧਾਂਤ, ਤੇ ਕਹਿ ਲਓ ਜਪਜੀ ਸਾਹਿਬ ਦੀ ਵਿਆਖਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ। ਇਸ ਮੂਲ ਤੱਕ ਪਹੁੰਚਣ ਦੇ ਲਈ ਵੀ ਫਿਰ 3 ਪੜਾਅ ਨੇ, 3 ਸੱਸੇ ਨੇ। ਜੇ ਇਹਨਾਂ 3 ਸੱਸਿਆਂ ਦੇ ਉੱਪਰ ਕੋਈ ਚੱਲ ਪਏ, ਪਹਿਲਾ ਸੱਸਾ ਹੈ ਸੁਣਨਾ, ਗੁਰਬਾਣੀ ਨੂੰ ਸੁਣਨਾ, ਗੁਰੂ ਸ਼ਬਦ ਨੂੰ ਸੁਣਨਾ। ਦੂਸਰਾ ਸੱਸਾ ਹੈ ਉਸ ਗੁਰੂ ਸ਼ਬਦ ਨੂੰ ਸੁਣ ਕੇ ਸਮਝਣਾ, ਤੇ ਤੀਸਰਾ ਸੱਸਾ ਹੈ ਗੁਰੂ ਸ਼ਬਦ ਨੂੰ ਸਮਝ ਕੇ ਫਿਰ ਉਹਦੇ ਵਿੱਚ ਸਮਾ ਜਾਣਾ। 3 ਪੜਾਅ ਮੰਜ਼ਿਲ ਤੱਕ ਪਹੁੰਚਾਉਂਦੇ ਨੇ, 3 ਸੱਸੇ ਮੰਜ਼ਿਲ ਤੱਕ ਪਹੁੰਚਾਉਂਦੇ ਨੇ। ਪਹਿਲਾ ਸੱਸਾ ਸੁਣਨਾ, ਫਿਰ ਸੱਸਾ ਸਮਝਣਾ, ਫਿਰ ਸੱਸਾ ਸਮਾ ਜਾਣਾ। ਪਹਿਲਾਂ ਸੁਣਨਾ, ਯਾਦ ਰੱਖਿਓ ਸੁਣਨ ਵਾਸਤੇ ਇਕਾਗਰਤਾ ਦੀ ਲੋੜ ਨਹੀਂ ਹੈ। ਮਨ ਦੀ ਇਕਾਗਰਤਾ ਨਹੀਂ ਚਾਹੀਦੀ ਸੁਣਨ ਲਈ। ਸੁਣਨ ਲਈ ਮਨ ਦੀ ਨਿਰਮਲਤਾ ਚਾਹੀਦੀ ਹੈ। ਇਕਾਗਰਤਾ ਤੇ ਫਿਲਮ ਦੇਖਦਿਆਂ ਵੀ ਬੜੀ ਬਣਦੀ ਹੈ, ਇਕਾਗਰਤਾ ਤੇ ਅਖਬਾਰ ਪੜ੍ਹਦਿਆਂ ਵੀ ਬਣਦੀ ਹੈ, ਇਕਾਗਰਤਾ ਤੇ ਸੰਸਾਰੀ ਗੱਲਾਂ ਕਰਦਿਆਂ ਬੜੀ ਬਣ ਜਾਂਦੀ। ਗੱਲ ਇਕਾਗਰਤਾ ਦੀ ਨਹੀਂ, ਗੱਲ ਨਿਰਮਲਤਾ ਦੀ ਹੈ। ਮਨ ਦੀ ਨਿਰਮਲਤਾ ਹੈ ਕਿ ਨਹੀਂ? ਜੇ ਮਨ ਦੀ ਨਿਰਮਲਤਾ ਨਹੀਂ ਤੇ ਮਨ ਦੀ ਇਕਾਗਰਤਾ ਦਾ ਕੋਈ ਲਾਭ ਨਹੀਂ ਹੈ। ਇਕਾਗਰਤਾ ਦਾ ਕੀ ਹੈ? ਜਿੰਨੀ ਇਕਾਗਰਤਾ ਅਖਬਾਰ ਪੜ੍ਹਦਿਆਂ ਬਣਦੀ ਹੈ ਨਾ, ਉਨੀ ਇਕਾਗਰਤਾ ਜਪਜੀ ਸਾਹਿਬ ਪੜ੍ਹਦਿਆਂ ਨਹੀਂ ਬਣਦੀ। ਜਿੰਨੀ ਇਕਾਗਰਤਾ ਮਜਾਲ ਹੈ ਅਖਬਾਰ ਦੀ ਕੋਈ ਖਬਰ ਮਿਸ ਹੋ ਜਾਏ, ਉਨੀ ਇਕਾਗਰਤਾ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਨਹੀਂ ਬਣਦੀ। ਪਤਾ ਨਹੀਂ ਲੱਗਦਾ ਕਦੋਂ ਅਸ਼ਟਪਦੀ ਬਦਲ ਵੀ ਗਈ। ਜਿੰਨੀ ਇਕਾਗਰਤਾ ਸੀਰੀਅਲ ਦੇਖਦਿਆਂ ਬਣ ਜਾਂਦੀ ਹੈ, ਉਨੀ ਇਕਾਗਰਤਾ ਕਈ ਵਾਰੀ ਕੀਰਤਨ ਸੁਣਦਿਆਂ ਨਹੀਂ ਬਣਦੀ। ਪਤਾ ਨਹੀਂ ਲੱਗਦਾ ਭਾਈ ਸਾਹਿਬ ਨੇ ਕਿਹੜੀ ਪੰਕਤੀ ਬੋਲ ਦਿੱਤੀ ਹੈ। ਗੱਲ ਇਕਾਗਰਤਾ ਦੀ ਨਹੀਂ, ਗੱਲ ਮਨ ਦੀ ਨਿਰਮਲਤਾ ਦੀ ਹੈ। ਮਨ ਨਿਰਮਲ ਹੈ। ਜੇ ਮਨ ਨਿਰਮਲ ਨਹੀਂ, ਫਿਰ ਉਹ ਨਿਤਨੇਮ, ਉਹ ਜਪਜੀ ਸਾਹਿਬ, ਉਹ ਸੁਖਮਨੀ ਸਾਹਿਬ, ਉਹ ਕੀਰਤਨ ਸਭ ਵਿਅਰਥ ਹੋ ਜਾਂਦਾ ਹੈ। ਫਿਰ ਵਿਅਰਥ ਹੈ। ਫਿਰ ਤੇ ਸਿਰ ਹਿਲਾਣਾ ਹੈ। ਸਵੇਰੇ ਉੱਠਦਾ ਹੈ, ਕੀਰਤਨ ਸੁਣਦਾ ਤਾਂ ਸਿਰ ਹਿਲਾਉਂਦਾ ਹੈ, ਸ਼ਾਮ ਨੂੰ ਇਹ ਪੀ ਲੈਂਦਾ, ਮੁੜ ਕੇ ਫਿਰ ਸਿਰ ਹਿਲਾਈ ਜਾਂਦਾ ਹੈ। ਸਿਰ ਹੀ ਲਾਣਾ ਹੈ ਨਾ। ਆਖਦਾ ਇਕਾਗਰਤਾ ਬੜੀ ਬਣੀ ਸੀ ਕੀਰਤਨ ਸੁਣਦਿਆਂ ਵੀ ਸਿਰ ਹਿਲਾ ਲੈਂਦਾ ਹੈ। ਸ਼ਾਮੀ ਸ਼ਰਾਬ ਪੀ ਕੇ ਫਿਰ ਸਿਰ ਹਿਲਾਈ ਜਾਂਦਾ ਹੈ। ਉਹ ਕਾਹਦੀ ਇਕਾਗਰਤਾ ਹੈ? ਤਾਂ ਹੀ ਬਾਣੀ ਨੇ ਕਿਹਾ ਮਨ ਮੈਲੇ ਸਭ ਕਿਛ ਮੈਲਾ। ਜੇ ਮਨ ਮੈਲੇ ਨਾ, ਤੇਰੇ ਕਰਮ ਧਰਮ ਵੀ ਮੈਲੇ ਹੋ ਜਾਂਦੇ ਨੇ। ਫਿਰ ਤੇਰੇ ਕੀਰਤਨ ਵਿੱਚੋਂ ਕਰਤਾ ਪ੍ਰਗਟ ਨਹੀਂ ਹੋਏਗਾ ਜੇ ਮਨ ਮੈਲਾ ਹੈ। ਜੇ ਮਨ ਮੈਲਾ ਹੈ, ਫਿਰ ਕਥਾ ਵਿੱਚੋਂ ਅਕਥ ਪ੍ਰਗਟ ਨਹੀਂ ਹੋਏਗਾ। ਤੇ ਜੇ ਮਨ ਮੈਲਾ ਹੈ, ਫਿਰ ਨਿਤਨੇਮ ਦੇ ਵਿੱਚੋਂ ਪ੍ਰੇਮ ਪ੍ਰਗਟ ਨਹੀਂ ਹੋਏਗਾ। ਮਨ ਮੈਲੇ ਸਭ ਕੁਛ ਮੈਲਾ, ਫਿਰ ਧਰਮ ਕਰਮ ਵੀ ਮੈਲੇ ਹੋ ਜਾਂਦੇ ਨੇ। ਇਸ ਕਰਕੇ ਗੱਲ ਮਨ ਦੀ ਇਕਾਗਰਤਾ ਦੀ ਨਹੀਂ ਹੈ, ਗੱਲ ਮਨ ਦੀ ਨਿਰਮਲਤਾ ਦੀ ਹੈ। ਇਸ ਕਰਕੇ ਜਦੋਂ ਸੁਣੇ, ਨਿਰਮਲ ਹੋ ਕੇ ਸੁਣੀ। ਪਹਿਲਾਂ ਸੱਸਾ ਸੁਣਨਾ, ਜੋ ਸੁਣ ਰਿਹਾ ਉਹਨੂੰ ਸਮਝ ਵੀ ਲਈ ਗੁਰੂ ਕਹਿ ਕੀ ਰਿਹਾ ਹੈ, ਉਹਨੂੰ ਵਿਚਾਰ ਵੀ ਲਈ, ਸਮਝ ਕੇ ਫਿਰ ਸਮਾਣਾ ਹੁੰਦਾ। ਸਮਝਣ ਦਾ ਤੇ ਵਿਸ਼ਾ ਇਹੋ ਜਿਹਾ ਹੈ, ਕਿਸੇ ਵਿਰਲੇ ਦੀ ਪਕੜ ਚ ਆਉਂਦਾ ਹੈ, ਵਿਰਲੇ ਦੀ। ਕੀਰਤਨ ਅਜੇ ਪੱਕੀ ਤੰਦ ਹੈ, ਕਥਾ ਬਹੁਤ ਕੱਚੀ ਤੰਦ ਹੈ। ਕੀਰਤਨ ਵਿੱਚ ਸੰਗੀਤ ਵਿੱਚ ਮਨ ਜੁੜ ਜਾਂਦਾ ਹੈ, ਪਰ ਕਥਾ ਇਹਨੂੰ ਸਮਝਣਾ ਬਹੁਤ ਬਰੀਕ ਤੰਦ ਹੈ। 10-10 ਸਾਲ 20-20 ਸਾਲ ਸਾਨੂੰ ਹੋਏ ਬਾਣੀ ਪੜ੍ਹਦਿਆਂ ਨੂੰ। ਕੋਈ ਐਸੇ ਗੁਰਮੁਖ 40-50 ਸਾਲ ਤੋਂ ਬਾਣੀ ਪੜ੍ਹ ਰਹੇ ਨੇ, ਬਾਣੀ ਜ਼ਬਾਨੀ ਯਾਦ ਹੋ ਗਈ। ਉਹਨਾਂ ਨੂੰ ਪੁੱਛੋ ਸਮਝ ਆਈ? ਰੋਜ਼ ਜਪਜੀ ਸਾਹਿਬ ਦਾ ਪਾਠ ਕਰ ਰਹੇ ਹਾਂ। ਸਵਸਤ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਪੁੱਛੋ ਸਵਸਤ ਦਾ ਮਤਲਬ ਕੀ ਹੈ ਜੀ? ਪਤਾ ਨਹੀਂ। ਆਥ ਕਿਹਨੂੰ ਕਹਿੰਦੇ ਨੇ? ਪਤਾ ਨਹੀਂ।
ਬਾਣੀ ਬਰਮਾਓ ਇਕੱਠਾ ਪੜ੍ਹਨਾ ਹੈ ਕਿ ਅਲੱਗ-ਅਲੱਗ ਪੜ੍ਹਨਾ ਹੈ, ਪਤਾ ਨਹੀਂ। ਪੜ੍ਹ ਰਹੇ ਨੇ। ਹਰ ਹਰ ਨਿਤ ਕਰੇ ਰਸਨਾ ਕਹਿਆ ਕਿਛੂ ਨਾ ਜਾਣੀ। ਰਸਨਾ ਕਹਿ ਰਹੀ ਹੈ ਪਰ ਜਾਣਦੀ ਨਹੀਂ ਮੈਂ ਕੀ ਕਹਿ ਰਹੀ ਹਾਂ। ਇਹਦਾ ਮਤਲਬ ਸੱਸਾ ਸੁਣਨਾ ਤੇ ਹੋ ਗਿਆ, ਸੱਸਾ ਸਮਝਣਾ ਨਹੀਂ ਹੋਇਆ। ਹਾਂ, ਪਹਿਲਾ ਸੱਸਾ ਸੁਣਨਾ, ਬਾਣੀ ਨੂੰ ਸੁਣਨੀ ਮੁਬਾਰਕ ਹੈ, ਸੁਣਨਾ ਚਾਹੀਦਾ ਹੈ, ਪਰ ਸੁਣਨ ਤੋਂ ਬਾਅਦ ਉਸ ਸ਼ਬਦ ਨੂੰ ਸਮਝ ਵੀ ਲਈ। ਗੁਰੂ ਸ਼ਬਦ ਨੂੰ ਸਮਝੇਗਾ, ਜਿਸ ਦਿਨ ਸਮਝੇਗਾ ਫਿਰ ਤੀਸਰਾ ਸੱਸਾ ਆ ਜਾਏਗਾ, ਉਹਦੇ 'ਚ ਸਮਾ ਜਾਏਗਾ। ਜਿਹੜੀ ਬਾਣੀ ਹੋਏਗੀ ਉਹ ਤੂੰ ਹੋ ਜਾਏਗਾ। ਵਾਹ ਵਾਹ, ਬਾਣੀ ਨਿਰੰਕਾਰ ਹੈ ਤੇ ਤੂੰ ਵੀ ਤੇ ਬਾਣੀ ਨਾਲ ਜੁੜ ਕੇ ਨਿਰੰਕਾਰ ਹੋਏਗਾ ਨਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਸਤ ਸਰੂਪ ਮੈਨੇ ਰੱਬ ਦਾ ਰੂਪ ਹੈ। ਗੁਰਬਾਣੀ ਬਣੀਏ, ਤੂੰ ਬਾਣੀ ਬਣ ਜਾਈ, ਸਮਾ ਜਾਈ ਇਹਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਰੰਭਤਾ ਕੀਤੀ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਰੱਬ ਦੇ 8 ਗੁਣ ਨੇ ਸੈਭੰ ਤੱਕ। ਪ੍ਰਭੂ ਇੱਕ ਹੈ, ਸਭ 'ਚ ਵਿਆਪਕ ਹੈ। ਸਤਨਾਮ ਉਹਦਾ ਨਾਮ ਸਦੀਵੀ ਹੋਂਦ ਵਾਲਾ ਹੈ। ਕਰਤਾ ਪੁਰਖ ਕੁੱਲ ਕਾਇਨਾਤ ਨੂੰ ਬਣਾ ਕੇ ਵਿੱਚ ਸਮਾ ਗਿਆ। ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ। ਨਿਰਵੈਰ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਅਕਾਲ ਮੂਰਤ, ਪ੍ਰਭੂ ਦੀ ਹੋਂਦ ਮੌਤ ਤੋਂ ਪਰੇ ਹੈ। ਅਜੂਨੀ, ਰੱਬ ਜੂਨਾ 'ਚ ਨਹੀਂ ਆਉਂਦਾ। ਸੈਭੰ, ਉਹਦਾ ਸਵੈਮ ਤੋਂ ਪ੍ਰਕਾਸ਼। ਮੇਰੇ ਤੇ ਕੀ ਅਸਰ ਹੈ? ਰੱਬ ਹੋਏਗਾ ਅਜੂਨੀ, ਨਹੀਂ ਜੂਨਾ ਚਾਹੁੰਦਾ, ਮੈਨੂੰ ਕੀ ਸਿੱਖਿਆ ਮਿਲੀ? ਪ੍ਰਭੂ ਹੋਏਗਾ ਸੈਭੰ, ਆਪਣੇ ਸਹਾਰੇ ਖੜੇ, ਮੈਨੂੰ ਕੀ ਸਿੱਖਿਆ ਮਿਲੀ? ਪ੍ਰਭੂ ਕਰਤਾ ਪੁਰਖ ਹੈ, ਰੱਬ ਪੈਦਾ ਕਰਦਾ, ਮੇਰੇ ਤੇ ਕੀ ਅਸਰ ਹੈ? ਪੈਦਾ ਕਰਦਾ ਹੋਏਗਾ, ਮੈਨੂੰ ਇਹਦੇ ਵਿੱਚੋਂ ਕੀ ਸਿੱਖਿਆ ਮਿਲੀ? ਨਹੀਂ ਸਿੱਖਾ, ਜੇ ਇਹ ਗੁਰਬਾਣੀ ਤੂੰ ਪੜ੍ਹ ਰਹੀ ਹੈ, ਤੂੰ ਬਣਨਾ ਇਹ ਗੁਰਬਾਣੀ ਬਣੀਏ। ਜੇ ਪ੍ਰਭੂ ਸਤਨਾਮ ਹੈ, ਤੂੰ ਵੀ ਹੋ। ਜੇ ਪ੍ਰਭੂ ਕਰਤਾ ਪੁਰਖ, ਤੂੰ ਵੀ ਹੋ। ਸਮਝ ਲਓ ਵੀ 8 ਪੌੜੀਆਂ ਨੇ ਇੱਕ ਓਂਕਾਰ ਤੱਕ ਪਹੁੰਚਣ ਦੀਆਂ। ਇਹ ਗੁਰਪ੍ਰਸਾਦ ਤੋਂ ਸ਼ੁਰੂਆਤ ਹੋਏਗੀ, ਕਿਉਂਕਿ ਅਕਾਲ ਪੁਰਖ ਨੂੰ ਗੁਰੂ ਮਿਲਾ ਸਕਦਾ ਹੈ, ਗੁਰੂ ਅਕਾਲ ਪੁਰਖ ਨਾਲ ਮਿਲਾਉਂਦਾ ਹੈ। ਇਹਦਾ ਮਤਲਬ ਜਿਹਨੇ ਇੱਕ ਓਂਕਾਰ ਤੱਕ ਪਹੁੰਚਣਾ ਹੈ, ਉਹਨੂੰ ਪਹਿਲਾਂ ਗੁਰੂ ਵਾਲਾ ਬਣਨਾ ਪਏਗਾ। ਗੁਰੂ ਤੋਂ ਬਿਨਾਂ ਅੱਜ ਤੀਕਰਾ ਨਾ ਕਿਸੇ ਨੇ ਪ੍ਰਭੂ ਨੂੰ ਪਾਇਆ, ਨਾ ਕੋਈ ਪਾ ਸਕਦਾ ਹੈ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਇਸ ਕਰਕੇ ਗੁਰਪ੍ਰਸਾਦ ਤੋਂ ਸ਼ੁਰੂਆਤ ਕਰਨੀ ਪਏਗੀ। ਇੱਕ ਇੱਕ ਪੌੜੀ ਚੜ੍ਹ ਕੇ ਇੱਕ ਓਂਕਾਰ ਤੱਕ ਪਹੁੰਚਣਾ ਪਏਗਾ। ਗੁਰਪ੍ਰਸਾਦ ਮੈਨੇ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਉਦੋਂ ਹੋਏਗੀ ਜਦੋਂ ਸੱਸਾ ਸੁਣੇਗਾ ਸ਼ਬਦ ਨੂੰ, ਦੂਜਾ ਸੱਸਾ ਸਮਝੇਗਾ ਸ਼ਬਦ ਨੂੰ, ਤੀਜਾ ਸੱਸਾ ਸਮਾ ਜਾਏਗਾ ਸ਼ਬਦ ਵਿੱਚ। ਉਸ ਦਿਨ ਮਨ ਜਿਹੜੇ ਨਾ, ਇਹ ਸੰਕਲਪਾਂ ਤੇ ਵਿਕਲਪਾਂ ਦੀ ਉਧੇੜ ਬੁਣ ਦਾ ਨਾਮ ਹੈ। ਬਸ ਇੱਕ ਸੰਕਲਪ ਫੜਦਾ, ਉਹਨੂੰ ਛੱਡ ਦਿੰਦਾ, ਫਿਰ ਦੂਜਾ ਫੜ ਲੈਂਦਾ। ਇੱਕ ਵਿਚਾਰ ਬਣਾਉਂਦਾ, ਫਿਰ ਛੱਡ ਦਿੰਦਾ ਦੂਸਰਾ। ਇੱਕ ਇੱਕ ਪਲ ਬਦਲਦੇ ਨੇ ਵਿਚਾਰ, ਔਰ ਜਿਹੜਾ ਜਿਹੜਾ ਵਿਚਾਰ ਆਉਂਦਾ ਮਨ ਉਹੀ ਹੋਈ ਜਾਂਦਾ। ਮਨ ਵਿੱਚ ਸੰਕਲਪ ਉੱਠਿਆ, ਮਾਈਕ, ਇੱਕ ਤਸਵੀਰ ਬਣ ਗਈ ਅੰਦਰ ਮਨ ਦੇ ਵਿੱਚ ਮਾਈਕ ਦੀ। ਅਗਲੇ ਪਲ ਮਨ ਨੇ ਦੇਖਿਆ ਪਾਲਕੀ, ਉਹ ਮਾਈਕ ਹਟ ਗਈ, ਤਸਵੀਰ ਪਾਲਕੀ ਦੀ ਤਸਵੀਰ ਬਣ ਗਈ। ਅਗਲੇ ਪਲ ਮਨ ਵਿੱਚ ਸੰਕਲਪ ਉੱਠਿਆ ਹਾਰਮੋਨੀਅਮ, ਪਾਲਕੀ ਦੀ ਤਸਵੀਰ ਮਿਟ ਗਈ ਹਾਰਮੋਨੀਅਮ ਦੀ। ਇੱਕ ਇੱਕ ਪਲ ਮਨ ਜਿਵੇਂ ਪਾਣੀ ਗਲਾਸ ਵਿੱਚ ਪਾਓ ਤੇ ਗਲਾਸ ਹੋ ਜਾਂਦਾ ਹੈ, ਪਾਣੀ ਨੂੰ ਕੌਲੀ 'ਚ ਪਾਓ ਕੌਲੀ ਹੋ ਜਾਂਦਾ ਹੈ, ਪਾਣੀ ਨੂੰ ਥਾਲੀ ਵਿੱਚ ਪਾਓ ਥਾਲੀ ਹੋ ਜਾਂਦਾ ਹੈ। ਬਸ ਮਨ ਅੰਦਰ ਜਦੋਂ ਲੋਭ ਆਉਂਦਾ ਹੈ, ਮਨ ਲੋਭੀ ਹੋ ਜਾਂਦਾ ਹੈ। ਮਨ ਦੇ ਅੰਦਰ ਕ੍ਰੋਧ ਦਾ ਸੰਕਲਪ ਆਉਂਦਾ ਹੈ, ਮਨ ਕ੍ਰੋਧੀ ਹੋ ਜਾਂਦਾ ਹੈ। ਮਨ ਦੇ ਅੰਦਰ ਹੰਕਾਰ ਆਉਂਦਾ ਹੈ, ਮਨ ਹੰਕਾਰੀ ਹੋ ਜਾਂਦਾ ਹੈ। ਹਾਂ, ਜਿਸ ਦਿਨ ਮਨ ਅੰਦਰ ਗੁਰੂ ਆ ਜਾਏਗਾ, ਉਸ ਦਿਨ ਗੁਰਮੁਖ ਹੋ ਜਾਏਗਾ। ਗੱਲ ਤੇ ਸੰਕਲਪ ਦੀ ਸਾਰੀ। ਜਿਸ ਦਿਨ ਮਨ ਦੇ ਅੰਦਰ ਗੁਰੂ ਆਏਗਾ, ਉਸ ਦਿਨ ਮਨ ਗੁਰਮੁਖ ਹੋ ਜਾਏਗਾ। ਗੁਰਪ੍ਰਸਾਦ ਦਾ ਮਤਲਬ ਇਹ ਹੈ ਗੁਰੂ ਦੀ ਕਿਰਪਾ, ਗੁਰੂ ਦਾ ਗਿਆਨ। ਕਿਰਪਾ ਦਾ ਮਤਲਬ ਕੀ ਹੈ? ਕਿਰਪਾ ਦਾ ਮਤਲਬ ਇਹ ਥੋੜ੍ਹੀ ਹੈ ਕਿ ਕਾਰ ਮਿਲ ਗਈ, ਕੋਠੀ ਮਿਲ ਗਈ, ਪੈਸਾ ਮਿਲ ਗਿਆ, ਧੀਆਂ ਪੁੱਤਰ ਮਿਲ ਗਏ, ਕਿਰਪਾ ਹੋ ਗਈ। ਜੇ ਕੋਠੀ ਮਿਲ ਜਾਣੀ ਕਿਰਪਾ ਹੈ, ਤੇ ਗੁਰੂ ਨਾਨਕ ਪਾਤਸ਼ਾਹ ਭਾਈ ਲਾਲੋ ਦੇ ਘਰ ਪਹਿਲੀ ਉਦਾਸੀ ਵੇਲੇ ਗਏ, ਆਮ ਜਿਹਾ ਘਰ ਸੀ ਉਹਦਾ। ਤੀਜੀ ਉਦਾਸੀ ਵੇਲੇ ਫਿਰ ਉਹਦੇ ਘਰ ਗਏ, ਫਿਰ ਆਮ ਜਿਹਾ ਘਰ ਸੀ, ਕੋਠੀ ਨਹੀਂ ਸੀ ਬਣ ਗਈ। ਪਰ ਗੁਰੂ ਨਾਨਕ ਸਾਹਿਬ ਦੀ ਭਾਈ ਲਾਲੋ ਜੀ ਤੇ ਕਿਰਪਾ ਸੀ। ਤੇ ਜੇ ਕੋਠੀ ਮਿਲ ਜਾਣਾ ਕਿਰਪਾ ਹੈ, ਤੇ ਕੋਠੀ ਦਾ ਚਲੇ ਜਾਣਾ ਤੇ ਫਿਰ ਕਰੋਪੀ ਹੋਏਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰਾਜ ਭਾਗ, ਕਿਲੇ, ਮਹਿਲ ਚਲੇਗੀ, ਕੀ ਕਮਾਂਗੇ?
ਪੁੱਤਰ ਹੋ ਜਾਣਾ ਕਿਰਪਾ ਹੈ। ਤੇ ਬੇਬੇ ਨਾਨਕੀ ਜੀ ਦੇ ਘਰ ਸਾਰਾ ਜੀਵਨ ਔਲਾਦ ਨਹੀਂ ਹੋਈ। ਕਿ ਗੁਰੂ ਨਾਨਕ ਦੀ ਬੇਬੇ ਨਾਨਕੀ ਤੇ ਕਿਰਪਾ ਨਹੀਂ ਸੀ? ਤੇ ਜੇ ਪੁੱਤਰ ਦਾ ਚਲੇ ਜਾਣਾ ਕਰੋਪੀ ਮੰਨਿਆ ਜਾਏ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਚਾਰੇ ਸਾਹਿਬਜ਼ਾਦੇ ਪੰਥ ਦੀ ਖਾਤਰ ਸ਼ਹੀਦ ਹੋ ਗਏ, ਕੀ ਕਮਾਂਗੇ? ਪੁੱਤਰ ਦਾ ਆ ਜਾਣਾ ਕਿਰਪਾ, ਚਲੇ ਜਾਣਾ ਕਿਰਪਾ ਨਹੀਂ। ਧਨ ਦਾ ਆ ਜਾਣਾ, ਕੋਠੀ ਦਾ ਆ ਜਾਣਾ ਕਿਰਪਾ, ਚਲੇ ਜਾਣਾ ਕਿਰਪਾ ਨਹੀਂ। ਕਿਰਪਾ ਇੰਨੀ ਤੁੱਛ ਹੈ, ਬਸ ਕਿਰਪਾ ਦੀ ਕੀਮਤ ਇੱਕ ਕੋਠੀ, ਬਸ ਕਿਰਪਾ ਦੀ ਕੀਮਤ ਇੰਨੀ ਘੱਟ, ਇੰਨੀ ਵੈਲਿਊ ਘੱਟ ਹੈ ਕਿ ਇਹਦੀ ਕੀਮਤ ਇੱਕ ਪੁੱਤਰ ਹੈ। ਨਹੀਂ ਨਹੀਂ, ਕਿਰਪਾ ਬਹੁਤ ਮਹਾਨ ਹੈ। ਕਿਰਪਾ ਦੀ ਵਿਆਖਿਆ ਦਿਖਣੀ ਹੋਵੇ, ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਆਨੰਦ ਸਾਹਿਬ ਵਿੱਚੋਂ ਦੇਖੋ। ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ, ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ। ਗੁਰੂ ਕਿਰਪਾ ਕਰਦਾ ਹੈ, ਕਦੋਂ ਕਰਦਾ ਤੇ ਕਿਵੇਂ ਕਰਦਾ? ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਜਦੋਂ ਗੁਰੂ ਗਿਆਨ ਦਾ ਸੁਰਮਾ ਅੱਖਾਂ 'ਚ ਪਾਉਂਦਾ, ਪਾਪ ਕੱਟ ਦਿੰਦਾ। ਆਹ ਹੈ ਗੁਰੂ ਦੀ ਕਿਰਪਾ, ਗੁਰੂ ਦਾ ਗਿਆਨ ਮਿਲ ਜਾਣਾ। ਕਰ ਕਿਰਪਾ ਕਿਲ ਵਿਖ ਕੱਟੇ, ਗਿਆਨ ਅੰਜਨ ਸਾਰਿਆ। ਅੰਦਰੋਂ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਕਹਿ ਨਾਨਕ ਇਹ ਆਨੰਦ ਹੈ, ਆਨੰਦ ਗੁਰੂ ਤੇ ਜਾਣਿਆ। ਜਿਸ ਦਿਨ ਗੁਰੂ ਦਾ ਗਿਆਨ ਜ਼ਿੰਦਗੀ 'ਚ ਆਉਂਦਾ, ਗੁਰੂ ਤੁਹਾਡੇ ਮਨ ਵਿੱਚ ਆ ਗਿਆ, ਤੁਸੀਂ ਗੁਰਮੁਖ ਹੋ ਗਏ। ਗੁਰੂ ਦਾ ਗਿਆਨ ਆ ਗਿਆ, ਸਮਝ ਲਓ ਗੁਰੂ ਪ੍ਰਸਾਦ ਹੋ ਗਿਆ। ਗੁਰੂ ਫਿਰ ਇੱਕ ਪੌੜੀ ਤੇ ਬਿਠਾਉਂਦਾ, ਆ ਤੈਨੂੰ ਇੱਕ ਓਂਕਾਰ ਤੱਕ ਪਹੁੰਚਾਵਾਂ। ਸੈਭੰ ਹੇਠੋਂ ਪੌੜੀ ਸਟਾਰਟ ਹੈ, ਉੱਪਰ ਤੱਕ ਜਾਣੀ ਇੱਕ ਓਂਕਾਰ ਤੱਕ। ਕਿਉਂਕਿ ਪ੍ਰਭੂ ਉੱਚਾ ਹੈ ਨਾ ਬੜਾ, ਇੱਕਦਮ ਤੇ ਉੱਚਾ ਨਹੀਂ ਪਹੁੰਚਿਆ ਜਾਏਗਾ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਵੱਡਾ ਸਾਹਿਬ ਉੱਚਾ ਨਾਉ, ਉੱਚੇ ਉੱਪਰ ਉੱਚਾ ਥਾਉ। ਇਹ ਵਡ ਉੱਚਾ ਹੋਵੇ ਕੋਈ, ਤੇ ਸੂਚੇ ਕੋ ਜਾਣਾ ਸੋਈ। ਸੈਭੰ ਰੱਬ ਕਿਸੇ ਸਹਾਰੇ ਨਹੀਂ ਖੜਾ, ਆਪਣੇ ਸਹਾਰੇ ਹੈ। ਮੈਨੂੰ ਕੀ ਸਿੱਖਿਆ ਮਿਲੀ? ਮੈਨੂੰ ਇਹ ਸਿੱਖਿਆ ਮਿਲੀ, ਗੁਰੂ ਨੇ ਕਹਿ ਦਿੱਤਾ, ਜੇ ਤੂੰ ਰੱਬ ਵਰਗਾ ਹੋਣਾ, ਤੈਨੂੰ ਵੀ ਆਪਣੇ ਸਹਾਰੇ ਖਲੋਣਾ ਪਏਗਾ। ਜੀ ਮੈਂ ਕਿਵੇਂ ਖਲੋਵਾਂ? ਗੁਰੂ ਆਖਦੇ ਆਪਣੇ ਸਹਾਰੇ ਖਲੋ, ਦਸਾਂ ਨੌਵਾਂ ਦੀ ਸੱਚੀ ਸੁੱਚੀ ਕਿਰਤ ਕਰ। ਮੇਰੀ ਤਨਖਾਹ ਹੋਵੇ 3000 ਪਾਉਂਡ ਮਹੀਨਾ, ਤੇ ਮੇਰੇ ਘਰ 5000 ਪਾਉਂਡ ਆ ਰਿਹਾ ਹੋਵੇ, ਇਹਦਾ ਮਤਲਬ ਮੈਂ ਸੈਭੰ ਨਹੀਂ ਬਣਿਆ। ਸਵੇਰੇ ਉੱਠ ਕੇ ਰੋਜ਼ ਪਾਠ ਕਰਦਾ ਸੈਭੰ, ਪਰ ਬਣਿਆ ਨਹੀਂ। ਕਿਉਂਕਿ 2000 ਪਾਉਂਡ ਕਿਸੇ ਹੋਰ ਦਾ ਮੇਰੇ ਘਰ ਵਿੱਚ ਆ ਰਿਹਾ, ਜਿਹੜਾ ਮੇਰਾ ਹੱਕ ਨਹੀਂ ਸੀ, ਇਹ ਉਹਨੂੰ ਮਿਲਣਾ ਚਾਹੀਦਾ ਸੀ। ਮੈਂ ਕਿਸੇ ਗਰੀਬ ਦੇ ਮੋਢਿਆਂ ਤੇ ਖੜਾ, ਮੈਨੂੰ ਬੈਕ ਪ੍ਰੋਬਲਮ ਨਹੀਂ ਹੈ, ਪਰ ਮੈਂ ਗੌਰਮੈਂਟ ਨੂੰ ਝੂਠ ਬੋਲ ਕੇ ਬੈਨੀਫਿਟ ਲੈ ਰਿਹਾ, ਤੇ ਜਿਹਨੂੰ ਇਹ ਹੱਕ ਮਿਲਣਾ ਚਾਹੀਦਾ ਸੀ, ਮੈਂ ਉਹਦੇ ਮੋਢਿਆਂ ਤੇ ਖੜਾ ਹਾਂ। ਮੈਂ ਸੈਭੰ ਨਹੀਂ ਹਾਂ, ਮੈਂ ਆਪਣੇ ਸਾਰੇ ਨਹੀਂ ਖੜਾ। ਝੂਠ ਬੋਲ ਕੇ ਮੈਂ ਬੈਜ ਲੈਣਾ ਤਾਂ ਕਿ ਜਿੱਥੇ ਮਰਜ਼ੀ ਗੱਡੀ ਖੜੀ ਕਰ ਸਕਾਂ। ਜਿਹਨੂੰ ਹੱਕ ਮਿਲਣਾ ਚਾਹੀਦਾ ਸੀ ਉਹਨੂੰ ਨਹੀਂ ਮਿਲ ਰਿਹਾ, ਉਹਦਾ ਹੱਕ ਮੈਂ ਖੋ ਰਿਹਾ। ਪੜ੍ਹਦਾ ਮੈਂ ਰੋਜ਼ ਹਾਂ ਸੈਭੰ, ਸਿੱਖ ਮੈਂ ਪੱਕਾ ਗੁਰੂ ਦਾ। ਸੈਭੰ ਮੈਂ ਬਣਿਆ ਨਹੀਂ। ਸੈਭੰ ਉਸ ਦਿਨ ਬਣਾਂਗਾ ਜਦੋਂ ਮੈਂ ਸੱਚੀ ਸੁੱਚੀ ਹੱਕ ਦੀ ਕਮਾਈ ਘਰ ਲੈ ਕੇ ਆਵਾਂਗਾ। ਇਸੇ ਨੂੰ ਗੁਰੂ ਨੇ ਕਿਹਾ ਸੀ, ਘਾਲ ਖਾਏ ਕਿਛ ਹੱਥੋਂ ਦੇ, ਦੂਜੇ ਦਾ ਹੱਕ ਨਾ ਮਾਰੀ, ਕਿਸੇ ਲੋੜਵੰਦੀ ਸਗੋਂ ਮਦਦ ਕਰ ਦੇਈਂ। ਨਾਨਕ ਰਾਹ ਪਛਾਣੇ ਸੇ, ਫਿਰ ਸੈਭੰ ਹੋ ਜਾਵਾਂਗਾ। ਗੁਰੂ ਨੇ ਇੱਕ ਪੌੜੀ ਹੋਰ ਉੱਚਾ ਚੁੱਕਿਆ। ਪ੍ਰਭੂ ਅਜੂਨੀ ਹੈ, ਉਹ ਜੂਨਾਂ 'ਚ ਨਹੀਂ ਆਉਂਦਾ, ਪਰ ਮੈਂ ਜੂਨਾਂ 'ਚ ਆਉਂਦਾ। ਰੱਬ ਅਜੂਨੀ ਤੇ ਮੈਨੂੰ ਕੀ ਫਰਕ ਪੈਂਦਾ ਹੈ? ਮੇਰੇ ਤੇ ਕੀ ਅਸਰ ਹੈ? ਗੁਰੂ ਆਖਦਾ ਨਹੀਂ, ਤੈਨੂੰ ਵੀ ਅਜੂਨੀ ਬਣਨਾ ਪਏਗਾ। ਜੀ ਮੈਂ ਅਜੂਨੀ ਕਿਵੇਂ ਬਣਾਂਗਾ? ਮੈਂ ਤੇ ਪਲ ਪਲ ਜੂਨਾਂ ਭੋਗਦਾ ਵਾਂ। ਹੰਕਾਰ ਕਰਦਾ ਮੈਂ ਹਾਥੀ ਬਣ ਜਾਣਾ, ਮਨ ਤੋਂ ਮੈਗਲ ਹੋਏ ਰਿਓ ਨਿਕਸਿਓ ਕਿਉਂ ਕਰ ਜਾਏ। ਲੋਭ ਕਰਦਾ ਕੁੱਤੇ ਦੀ ਜੂਨ ਵਿੱਚ ਆ ਜਾਣਾ, ਜਿਉਂ ਕੁੱਕਰ ਹਰਕਾਇਆ ਧਾਵੈ ਦੇ ਦਿਸ ਜਾਏ। ਲੋਭੀ ਜੰਤ ਨਾ ਜਾਣੇ, ਪਾਖਾ ਪੱਖ ਸਭ ਖਾਏ। ਜਦੋਂ ਮੈਂ ਗਰੀਬ ਦਾ ਹੱਕ ਮਾਰਦਾ, ਮੈਂ ਸ਼ੇਰ ਬਘਿਆੜ ਬਣ ਕੇ ਉਹਨੂੰ ਨੋਚਦਾ ਵਾਂ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਚਾਕਰ ਨਹਿੰਦਾ ਪਾਇਨ ਕਾਓ, ਰਤ ਪਿਤ ਕੁੱਤਿਓ ਚੱਟ ਜਾਓ। ਜਦੋਂ ਮੈਂ ਜਿਉਂਦੇ ਜੀ ਧਨ ਤੇ ਕੁੰਡਲੀ ਮਾਰ ਕੇ ਬਹਿ ਜਾਣਾ, ਰਾਜ ਭਾਗ ਮੇਰਾ, ਮੈਂ ਸੱਪ ਦੀ ਜੂਨ ਵਿੱਚ ਆ ਜਾਣਾ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਨਿੰਦਿਆ ਚੁਗਲੀ ਕਰਦਾ ਮੈਂ ਸੂਰ ਦੀ ਜੂਨ ਵਿੱਚ ਆ ਜਾਣਾ, ਗੰਦਗੀ ਖਾਈ ਜਾਣਾ।
ਗੁਰੂ ਗਿਆਨ ਵਿਹੂਣੀ ਜ਼ਿੰਦਗੀ ਹੀ ਪਸ਼ੂਆਂ ਵਾਲੀ ਹੈ, ਸਰੀਰ ਜ਼ਰੂਰ ਮਨੁੱਖਾਂ ਵਾਲਾ ਹੈ ਉਹਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਗੁਰਮੰਤਰ ਹੀਣ ਸੇ ਜੋ ਪ੍ਰਾਣੀ त्रिगंत जन्म प्रश्टने कुकरें सूकरें गर्दबें काकें सरपने तुल खले। गुरु ज्ञान विहूणी जिंदगी कुत्तियां वर्गी है, सूरां वर्गी है, गधियां वर्गी, सप्पां वर्गी जिंदगी है। मैं अजूनी उस दिन बनांगा जिस दिन मैं पशुओं वाले काम नहीं करांगा, मैं मनुखा वाले काम करांगा। क्रोध नहीं करांगा, निंदिया चुगली दी गंदगी नहीं खावांगा, सूर नहीं बनांगा। हंकार नहीं करांगा, हाथी दी जून च नहीं आवांगा। लोभ नहीं करांगा, मैं कुत्ता नहीं बनांगा। जदों मैं गुरु दे घर जन्म लवांगा ना मनुख दा, फिर मनुख बनांगा। गुर सेवा ते भगत कमाई, ताबे मानस दे ही पाई। ਇਹਦਾ ਮਤਲਬ ਇਹ ਨਹੀਂ ਕਿਸੇ ਪਸ਼ੂ ਨੇ ਗੁਰੂ ਦੀ ਸੇਵਾ ਤੇ ਭਗਤੀ ਕੀਤੀ ਤਾਂ ਉਹਨੂੰ ਮਨੁੱਖਾ ਦੇਹੀ ਮਿਲੀ। ਹੁਣ ਇੱਥੇ ਕੁੱਤਾ ਗੁਰੂ ਦੀ ਸੇਵਾ ਕਰਨਾ ਹੈ, ਕਰਨ ਦਿਓਗੇ? ਤੁਸੀਂ ਡੰਡਾ ਮਾਰ ਕੇ ਭਜਾ ਦੋਗੇ ਉਹਨੂੰ? ਕਦੇ ਦੇਖਿਆ ਵੀ ਮੱਝ ਨੇ ਚੌਂਕੜਾ ਮਾਰਿਆ ਹੋਵੇ ਤੇ ਭਗਤੀ ਕਰਦੀ ਹੋਵੇ? ਨਹੀਂ। ਜਿੱਦਣ ਤੂੰ ਗੁਰੂ ਦੀ ਸੇਵਾ ਤੇ ਭਗਤੀ ਕਰੇਗਾ ਉਦਣ ਤੂੰ ਮਨੁੱਖ ਹੋਏਗਾ। ਤੇਰਾ ਗੁਰੂ ਦੇ ਘਰ ਇੱਕ ਜਨਮ ਹੋਏਗਾ ਨਵਾਂ। ਸਤਿਗੁਰੂ ਕਹਿ ਜਨਮੇ ਗਵਨ ਮਿਟਾਇਆ, ਪਸ਼ੂਆਂ ਵਾਲੇ ਆਵਾਗਮਨ ਮੁੱਕ ਜਾਣਗੇ ਤੇਰੇ। ਗੁਰੂ ਦੇ ਘਰ ਤੇਰਾ ਜਨਮ ਹੋ ਜਾਏਗਾ ਮਨੁੱਖਾਂ ਵਾਲਾ। ਆ ਹੈ ਗੁਰੂ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇ ਹੀ ਪਾਈ। ਇਸੇ ਨੂੰ ਗੁਰਬਾਣੀ ਨੇ ਹੋਰ ਥਾਂ ਵੀ ਕਿਹਾ, ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਜਦੋਂ ਗੁਰੂ ਦੀ ਮੱਤ ਲੈ ਕੇ ਸੇਵਾ ਕਰੇਗਾ ਉਦਣ ਸਾਧ ਸੰਗਤ ਚ ਤੇਰਾ ਮਨੁੱਖਾਂ ਵਾਲਾ ਜਨਮ ਹੋ ਜਾਏਗਾ, ਤੂੰ ਅਜੂਨੀ ਹੋ ਜਾਏਗਾ। ਗੁਰੂ ਨੇ ਇੱਕ ਕਦਮ ਹੋਰ ਉੱਚਾ ਚੁੱਕਿਆ। ਪ੍ਰਭੂ ਅਕਾਲ ਮੂਰਤ, ਉਹ ਮੌਤ ਤੋਂ ਰਹਿਤ ਹੈ। ਮੈਂ ਤੇ ਪਲ ਪਲ ਮਰਦਾ, ਰੱਬ ਚੇਤੇ ਆ ਜਾਏ ਮੈਂ ਜਿਉ ਪੈਣਾ, ਰੱਬ ਭੁੱਲ ਜਾਏ ਮਰ ਜਾਣਾ। ਆਖਾਂ ਜੀਵਾਂ ਵਿਸਰੇ ਮਰ ਜਾਉ, ਸੱਚ ਬੋਲਦਾ ਜੀ ਪੈਣਾ, ਝੂਠ ਬੋਲਦਾ ਮੇਰੀ ਜ਼ਮੀਰ ਮਰ ਜਾਂਦੀ ਹੈ। ਹੱਕ ਦੀ ਕਮਾਈ ਕਰ ਲੈ ਕੇ ਆਣਾ ਜਿਉ ਪੈਣਾ, ਗਰੀਬ ਦਾ ਹੱਕ ਮਾਰ ਕੇ ਕਰ ਲੈ ਕੇ ਆਣਾ, ਮੇਰੇ ਅੰਦਰੋਂ ਕੁਛ ਮਰ ਜਾਂਦਾ ਹੈ। ਹਾਂ, ਜਿਸ ਦਿਨ ਮੈਂ ਸੱਚ ਬੋਲਾਂਗਾ ਜਿਉਂਦਾ ਰਵਾਂਗਾ, ਹੱਕ ਦੀ ਕਮਾਈ ਲਿਆਵਾਂਗਾ ਜਿਉਂਦਾ ਰਵਾਂਗਾ, ਪ੍ਰਭੂ ਨੂੰ ਚੇਤੇ ਕਰਾਂਗਾ ਮੈਂ ਜਿਉਂਦਾ ਰਵਾਂਗਾ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ, ਮੈਂ ਅਕਾਲ ਮੂਰਤ ਹੋ ਜਾਵਾਂਗਾ। ਗੁਰੂ ਨੇ ਇੱਕ ਪੌੜੀ ਹੋਰ ਉੱਚਾ ਚੁੱਕਿਆ, ਪ੍ਰਭੂ ਹੈ ਨਿਰਵੈਰ, ਉਹਦੀ ਕਿਸੇ ਨਾਲ ਦੁਸ਼ਮਣੀ ਨਹੀਂ। ਮੈਂ ਤੇ 1000 ਦੁਸ਼ਮਣ ਪਾਲੇ ਹੋਏ ਨੇ ਆਪਣੇ ਮਤ ਵਿੱਚ ਹੀ। ਦੂਜੇ ਨੂੰ ਤੇ ਕਹਿੰਦੇ ਆ ਵੀ ਹਿੰਦੂ ਮੁਸਲਮ ਫਲਾਣੇ ਮੇਰੇ ਦੁਸ਼ਮਣ, ਮੈਂ ਤੇ ਆਪਣੇ ਮਤ ਚ ਕਹਿਣਾ ਇਹ ਮਿਸ਼ਨੀ, ਇਹ ਟਕਸਾਲੀ, ਇਹ ਸੰਤ ਸਮਾਜੀ, ਇਹ ਖੰਡ ਕੀਰਤਨੀ, ਮੈਂ ਤੇ ਉਹ ਵੀ ਦੁਸ਼ਮਣ ਬਣਾਏ ਬੈਠਾ ਵਾਂ। ਇਹ ਉੱਚ ਜਾਤੀ, ਇਹ ਨੀਚ ਜਾਤੀ, ਮੈਂ ਤੇ ਉਹਨਾਂ ਨੂੰ ਦੁਸ਼ਮਣ ਬਣਾਈ ਬੈਠਾ। ਇਹ ਮਾਝੇ ਦਾ, ਇਹ ਮਲਵਈ, ਇਹ ਦੁਆਬੀਆ, ਇਹ ਅਫਗਾਨੀ, ਇਹ ਅਫਰੀਕੀ, ਇਹ ਅਮਰੀਕੀ, ਇਹ ਪੰਜਾਬੀ। ਵੈਰ ਤੇ ਅੰਦਰ ਕੁੱਟ-ਕੁੱਟ ਕੇ ਭਰਿਆ ਹੋਇਆ। ਸਾਧ ਸੰਗਤ ਤੋਂ ਚਾਉਣ ਦਾ ਮਤਲਬ ਕੀ ਸੀ? ਜਿਹੜਾ ਸਾਹਮਣੇ ਆਵੇ ਮੈਂ ਹੱਥ ਜੋੜ ਕੇ ਫਤਿਹ ਬੁਲਾਵਾਂ, ਮੇਰਾ ਗੁਰੂ ਭਾਈ ਆਇਆ ਹੈ। ਕੜਾ ਪ੍ਰਸ਼ਾਦ ਵਰਤਾਵਾਂ ਬਿਨਾਂ ਵਿਤਕਰੇ ਤੋਂ, ਜੋੜੇ ਸਾਫ਼ ਕਰਾਂ, ਜਿਹਦਾ ਮਰਜ਼ੀ ਹੋਵੇ ਮੈਂ ਗੁਰੂ ਦੀ ਸੰਗਤ ਸਮਝ ਕੇ ਜੋੜੇ ਸਾਫ਼ ਕਰਾਂ। ਸਾਧ ਸੰਗਤ ਤੋਂ ਚਾਹ ਕੇ ਮੇਰੀ ਵੈਰ ਦੀ ਭਾਵਨਾ ਮੁੱਕ ਜਾਏ। ਇਹਦਾ ਮਤਲਬ ਇਹ ਸੀ ਸਾਧ ਸੰਗਤ ਤੋਂ ਚਾਹਣ ਦਾ। ਸਾਧ ਸੰਗਤ ਦਾ ਮਤਲਬ ਵੀ ਇਹ ਹੈ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾਹੀਂ ਬੇਗਾਨਾ, ਸਗਲ ਸੰਗ ਹਮਕੋ ਬਣਾਈ। ਸਾਰੇ ਤੇ ਮੇਰੇ ਆਪਣੇ ਨੇ। ਨਿਰਵੈਰ ਪੜਾ ਨਾ, ਮੈਂ ਨਿਰਵੈਰ ਬਣਾ, ਮੇਰੇ ਅੰਦਰ ਵੈਰ ਦੀ ਭਾਵਨਾ ਕੋਈ ਨਾ ਹੋਵੇ। ਗੁਰੂ ਨੇ ਇੱਕ ਪੌੜੀ ਹੋਰ ਉੱਚੀ ਚੁੱਕੀ, ਪ੍ਰਭੂ ਨਿਰਭਉ ਹੈ, ਉਹਨੂੰ ਕਿਸੇ ਦਾ ਡਰ ਨਹੀਂ। ਇਹ ਮੈਂ ਕਹਿੰਦਾ ਮੈਂ ਵੀ ਨਿਰਭਉ, ਉੱਪਰੋਂ ਦੀ ਮੈਂ ਕਿਰਪਾਨ ਪਾਣਾ ਵੱਡੀ ਸਾਰੀ, ਬਾਹਰੋਂ ਤਾਂ ਮੈਂ ਕਿਰਪਾਨ ਪਾ ਲੈਣਾ, ਅੰਦਰੋਂ ਬੁਰੀ ਤਰ੍ਹਾਂ ਡਰਿਆ ਹੋਇਆ, ਅੰਦਰੋਂ ਨਿਰਭਉ ਨਹੀਂ ਆ। ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤਾ, ਨਿਰਭਉ, ਘਰੋਂ ਬਾਹਰ ਨਿਕਲਿਆ 5 ਮਿੰਟ 'ਚ ਵਾਪਸ ਆ ਗਿਆ। ਸਰਦਾਰਨੀ ਨੇ ਪੁੱਛ ਲਿਆ, ਸਰਦਾਰ ਜੀ ਕੀ ਗੱਲ ਵਾਪਸ ਆ ਗਏ? ਉਹ ਆਖਦਾ ਵੀ ਬਿੱਲੀ ਰਸਤਾ ਕੱਟ ਗਈ। ਪੜਦਾ ਨਿਰਭਉ, ਡਰਦਾ ਬਿੱਲੀ ਤੋਂ ਮੈਂ। ਰਹਿਰਾ ਸਾਹਿਬ ਦਾ ਪਾਠ ਕੀਤਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਘਰੋਂ ਬਾਹਰ ਨਿਕਲਿਆ ਫਿਰ ਆ ਗਿਆ। ਹੁਣ ਕੀ ਹੋਇਆ? ਕਿਸੇ ਨੇ ਛਿੱਕ ਮਾਰ ਦਿੱਤੀ। ਪੜਦਾ ਨਿਰਭਉ, ਡਰਦਾ ਛਿੱਕਾਂ ਤੋਂ ਹੈ। ਅੰਦਰੋਂ ਡਰੇ ਹੋਏ ਹਾਂ ਅਸੀਂ ਬੁਰੀ ਤਰ੍ਹਾਂ। ਕਿਸੇ ਨੇ ਜਾਦੂ ਟੂਣਾ ਕਰ ਦਿੱਤਾ, ਕਿਸੇ ਨੇ ਕਾਲਾ ਜਾਦੂ ਕਰ ਦਿੱਤਾ,
ਕਿਸੇ ਨੇ ਮੰਤਰ ਪੜ੍ਹ ਦਿੱਤਾ, ਕਿਸੇ ਨੇ ਟੇਵਾ ਟੂਣਾ ਕਰ ਦਿੱਤਾ, ਅੰਦਰੋਂ ਤੇ ਡਰੇ ਹੋਏ ਆ, ਕਿਸੇ ਨਜ਼ਰਾਂ ਲਾ ਦਿੱਤੀਆਂ, ਨਿਰਭਉ ਬਣਿਆ ਨਹੀਂ। ਹਾਂ, ਜਿੱਦਣ ਕੋਈ ਨਿਰਭਉ ਬਣ ਜਾਂਦਾ ਹੈ ਨਾ, ਉਦਣ ਜਪਿਆ ਪ੍ਰਵਾਨ ਹੁੰਦਾ ਹੈ, ਕਿਉਂਕਿ ਜਪਣ ਦਾ ਮਤਲਬ ਹੀ ਇਹ ਹੈ, ਨਿਰਭਉ ਜਪੈ ਸਗਲ ਭਉ ਮਿਟੈ, ਤੂੰ ਵੀ ਨਿਰਭਉ ਹੋ ਜਾ। ਗੁਰੂ ਨੇ ਇੱਕ ਕਦਮ ਹੋਰ ਉੱਚਾ ਚੁੱਕਿਆ। ਪ੍ਰਭੂ ਹੈ ਕਰਤਾ ਪੁਰਖ, ਰੱਬ ਕਰਤਾ ਹੈ, ਕੁੱਲ ਕਾਇਨਾਤ ਨੂੰ ਬਣਾਉਣ ਵਾਲਾ ਹੈ ਜੀ। ਮੈਂ ਕਰਤਾ ਕਿਵੇਂ ਬਣਾ? ਮੈਂ ਵੀ ਕਰਤਾ ਬਣ ਸਕਦਾ। ਜੇ ਕੋਈ ਡਾਕਟਰ ਹੈ, ਕਿਸੇ ਦਾ ਫ੍ਰੀ ਇਲਾਜ ਕਰ ਦੇਵੇ, ਉਹ ਕਰਤਾ ਹੈ, ਸਮਾਜ ਨੂੰ ਕੁਝ ਦੇ ਕੇ ਜਾਏ। ਕੋਈ ਇੰਜੀਨੀਅਰ ਹੈ, ਕਿਸੇ ਗਰੀਬ ਨੂੰ ਘਰ ਬਣਾ ਦੇਵੇ, ਉਹ ਕਰਤਾ ਹੈ। ਕੋਈ ਟੀਚਰ ਹੈ, ਕਿਸੇ ਨੂੰ ਮੁਫਤ ਵਿੱਚ ਗਿਆਨ ਦੇ ਦੇਵੇ, ਉਹ ਕਰਤਾ ਹੈ। ਕੁਛ ਤੇ ਕਰੇ ਸਮਾਜ ਲਈ। ਦੁਨੀਆ ਦਾ ਸਭ ਤੋਂ ਮੂਰਖਤਾਪੂਰਨ ਕੰਮ ਪਤਾ ਕਿਹੜਾ ਹੈ? ਆਪਣਾ ਜਨਮ ਦਿਨ ਆਪ ਮਨਾਉਣਾ। ਕਿਉਂ? ਕਿਉਂਕਿ ਕਿਸੇ ਨੇ ਤੇ ਮੇਰਾ ਜਨਮ ਦਿਨ ਮਨਾਉਣਾ ਨਹੀਂ, ਆਪ ਮਨਾਉਣਾ ਪਏਗਾ। ਮੈਂ ਸਮਾਜ ਲਈ ਕੋਈ ਚੰਗਾ ਕੰਮ ਨਹੀਂ ਕਰਕੇ ਗਿਆ, ਸਮਾਜ ਲਈ ਕੋਈ ਭਲਾ ਕਰਕੇ ਨਹੀਂ ਚੱਲਿਆ ਕਿ ਲੋਕ ਮੇਰਾ ਜਨਮ ਦਿਨ ਮਨਾਉਣ। ਹਾਂ, ਮੈਂ ਚੰਗਾ ਕੰਮ ਕਰਾਂ, ਲੋਕ ਮਨਾਉਣ, ਮੈਨੂੰ ਨਾ ਮਨਾਉਣਾ ਪਵੇ। ਅਸੀਂ ਗੁਰੂ ਸਾਹਿਬਾਨਾਂ ਦੇ ਪੁਰਬ ਮਨਾਉਂਦੇ ਹਾਂ, ਪ੍ਰਕਾਸ਼ ਪੁਰਬ, ਭਗਤਾਂ ਦੇ ਆਗਮਨ ਦਿਹਾੜੇ ਮਨਾਉਂਦੇ ਹਾਂ, ਮਨਾਉਣੇ ਚਾਹੀਦੇ ਨੇ, ਕੁਝ ਕਰਕੇ ਗਏ ਨੇ। ਪਰ ਆਪਣਾ ਜਨਮ ਦਿਨ ਆਪ ਮਨਾਉਣਾ ਇਸ ਗੱਲ ਦਾ ਸਬੂਤ ਹੈ, ਮੈਂ ਦੁਨੀਆ ਲਈ ਕੋਈ ਚੰਗਾ ਕੰਮ ਨਹੀਂ ਕਰਕੇ ਚੱਲਿਆ। ਲੋਕਾਂ ਨੇ ਮੈਨੂੰ ਯਾਦ ਨਹੀਂ ਕਰਨਾ, ਚਲੋ ਆਪਣਾ ਜਨਮ ਦਿਨ ਆਪ ਹੀ ਮਨਾ ਲਓ। ਮੈਂ ਕਰਤਾ ਬਣਾ, ਕੁਝ ਕਰਕੇ ਜਾਵਾਂ, ਲੋਕ ਯਾਦ ਕਰਨ। ਫਿਰ ਮੈਂ ਕੀ ਕਰਾਂ? ਨਾ ਮੈਂ ਡਾਕਟਰ ਹਾਂ, ਨਾ ਇੰਜੀਨੀਅਰ ਹਾਂ, ਨਾ ਮੈਂ ਟੀਚਰ ਹਾਂ। ਫਿਰ ਕੀ ਦੇਵਾਂ ਦੁਨੀਆ ਨੂੰ? ਕੁਛ ਨਹੀਂ ਦੇ ਸਕਦਾ, ਘੱਟੋ ਘੱਟ ਪਿਆਰ ਹੀ ਦੇ ਦੇਵਾਂ, ਕਿਸੇ ਨੂੰ ਮਿੱਠੀ ਜ਼ੁਬਾਨ ਦੇ ਦੇਵਾਂ, ਖੁਸ਼ੀ ਦੇ ਦਿਆਂ, ਇਮਾਨਦਾਰੀ ਸਮਾਜ ਵਿੱਚ ਦੇ ਜਾਵਾਂ, ਸੱਚਾਈ ਦੁਨੀਆ ਨੂੰ ਦੇ ਜਾਵਾਂ, ਨਿਮਰਤਾ ਦੇ ਜਾਵਾਂ, ਸ਼ਾਂਤੀ ਦੇ ਜਾਵਾਂ, ਕੁਝ ਤੇ ਦੇ ਜਾਵਾਂ। ਘੱਟੋ ਘੱਟ ਕਰਤਾ ਤੇ ਹੋਵਾਂਗਾ ਕਿ ਸਮਾਜ ਨੂੰ ਕੁਝ ਦੇ ਚੱਲਿਆ ਮੈਂ। ਕਰਤਾ ਪੁਰਖ ਪੜਦਾ ਨਾ ਰਹਿ ਜਾਈ, ਕਰਤਾ ਪੁਰਖ ਹੋ ਜਾਈ ਜੇ ਰੱਬ ਵਰਗਾ ਹੋਣਾ। ਗੁਰੂ ਨੇ ਇੱਕ ਕਦਮ ਹੋਰ ਉੱਚਾ ਚੁੱਕਿਆ। ਸਤਨਾਮ, ਪ੍ਰਭੂ ਸਤ ਹੈ, ਸਦੀ ਵੀ ਹੋਣ ਵਾਲਾ ਹੈ। ਜਿੱਦਣ ਮੈਂ ਸੱਚ ਬੋਲਾਂਗਾ, ਸੱਚ ਸੁਣਾਂਗਾ, ਸੱਚ ਵੇਖਾਂਗਾ, ਸੱਚੇ ਕਰਮ ਕਰਾਂਗਾ, ਸੱਚ ਦੀ ਸੋਚ ਸੋਚਾਂਗਾ, ਜਿਸ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਪੰਜ ਰੂਪਾਂ ਵਿੱਚ ਸੱਚ ਆ ਜਾਏਗਾ, ਮੈਂ ਸੱਤ ਦਾ ਰੂਪ ਹੋ ਜਾਵਾਂਗਾ। ਸੱਚ ਸੁਣਨਾ, ਸੱਚ ਵੇਖਣਾ, ਸੱਚ ਬੋਲਣਾ, ਸੱਚ ਦੇ ਕਰਮ ਕਰਨੇ ਤੇ ਸੱਚ ਦੀ ਸੋਚ ਰੱਖਣੀ। ਜਿਸ ਦਿਨ ਆਪ ਜ਼ਿੰਦਗੀ ਵਿੱਚ ਪੰਜ ਥਾਵਾਂ ਤੇ ਸੱਚ ਪ੍ਰਗਟ ਹੋ ਜਾਏਗਾ, ਮੈਂ ਸਤਿਨਾਮ ਦਾ ਰੂਪ ਹੋ ਜਾਵਾਂਗਾ। ਜਿਸ ਦਿਨ ਸੱਚ ਹੋ ਜਾਵਾਂਗਾ, ਯਾਦ ਰੱਖਿਓ, ਸੱਚ ਬਹੁਤ ਕੀਮਤੀ ਚੀਜ਼ ਹੈ। ਤੁਸੀਂ ਸੇਵਾ ਕਰ ਲਓ, ਸਿਮਰਨ ਕਰ ਲਓ, ਬਾਣੀ ਪੜ੍ਹ ਲਓ, ਜੋ ਮਰਜ਼ੀ ਕਰ ਲਓ, ਜੇ ਜ਼ਿੰਦਗੀ 'ਚ ਸੱਚ ਨਹੀਂ ਤੇ ਸਾਰਾ ਕੁਝ ਵਿਅਰਥ ਹੈ। ਬਰਾਤ ਚੜੀ, ਬੈਂਡ ਬਾਜੇ ਵੱਜੇ, ਬਰਾਤੀ ਭੰਗੜੇ ਪਾ ਰਹੇ ਨੇ, ਕਿਸੇ ਪਿੰਡ ਬਰਾਤ ਪਹੁੰਚੀ ਤੇ ਪਿੰਡ ਦੇ ਸਿਆਣੇ ਮੋਹਤਬਰ ਉਹ ਕਹਿਣ ਲੱਗੇ ਵੀ ਆਪਣੇ ਪਿੰਡ ਕਿਹਦੀ ਧੀ ਦਾ ਵਿਆਹ ਹੈ, ਬਰਾਤ ਆਈ ਹੈ। ਦੂਜੇ ਆਖਦਾ ਤੇ ਪਤਾ ਨਹੀਂ, ਚਲੋ ਇਹਨਾਂ ਨੂੰ ਪੁੱਛ ਲੈਂਦੇ ਆ। ਉਹਨਾਂ ਬਰਾਤੀਆਂ ਨੂੰ ਪੁੱਛਿਆ ਵੀ ਤੁਸੀਂ ਕੌਣ? ਕਹਿਣ ਲੱਗੇ ਜੀ ਅਸੀਂ ਬਰਾਤੀ, ਆ ਦੇਖੋ ਬੈਂਡ ਬਾਜੇ ਵੱਜ ਰਹੇ ਨੇ, ਅਸੀਂ ਭੰਗੜੇ ਪਾ ਰਹੇ, ਅਸੀਂ ਬਰਾਤੀ ਆ। ਉਹ ਸਿਆਣੇ ਕਹਿਣ ਲੱਗੇ ਇਹ ਤੇ ਮੰਨਿਆ ਵੀ ਤੁਸੀਂ ਬਰਾਤੀ ਹੋ, ਪਰ ਲਾੜਾ ਕਿੱਥੇ ਹੈ? ਕਹਿਣ ਲੱਗੇ ਵੀ ਲਾੜਾ ਤੇ ਹੈ ਨਹੀਂ। ਹੁਣ ਬਿਨਾਂ ਲਾੜੇ ਤੋਂ ਬਰਾਤ ਜਾਏ, ਪਿੰਡ ਵਾਲੇ ਦੀ ਬੇਇੱਜ਼ਤੀ ਹੈ ਨਾ, ਫਿਰ ਮਾਰ ਖਾਣ ਵਾਲੀ ਗੱਲ ਹੋਈ। ਬਸ ਇਸੇ ਤਰ੍ਹਾਂ ਬਾਹਰੋਂ ਬਾਣੀ ਪੜ੍ਹੀ, ਸੇਵਾ ਕੀਤੀ, ਸਿਮਰਨ ਕੀਤਾ, ਸਾਧਨਾ ਕੀਤੀ, ਕੀਰਤਨ ਸੁਣਿਆ, ਪਰ ਜੇ ਅੰਦਰ ਸੱਚ ਨਹੀਂ ਨਾ, ਫਿਰ ਸਾਰਾ ਕੁਝ ਵਿਅਰਥ ਹੈ। ਕਿਉਂਕਿ ਸੱਚ ਲਾੜਾ ਹੈ, ਅੰਦਰ ਝੂਠ ਹੈ, ਧੋਖਾ ਹੈ। ਬਾਹਰੋਂ ਮੈਂ ਪਾਠ ਕਰ ਰਿਹਾ, ਇਹਦਾ ਮਤਲਬ ਦਿਖਾਵਾ ਹੀ ਕਰ ਰਿਹਾ, ਬਸ ਪਖੰਡ ਕਰ ਰਿਹਾ, ਅੰਦਰ ਤੇ ਝੂਠ ਹੈ ਨਾ ਮੇਰੇ। ਬਾਹਰੋਂ ਸੇਵਾ ਕਰ ਰਿਹਾ, ਦਿਖਾਵੇ ਦੀ ਕਰ ਰਿਹਾ, ਕਿਉਂਕਿ ਅੰਦਰ ਸੱਚ ਨਹੀਂ ਹੈ, ਅੰਦਰ ਝੂਠ ਹੈ। ਬਾਹਰੋਂ ਮੈਂ ਬੈਠਾ ਕੀਰਤਨ ਸੁਣ ਰਿਹਾ, ਕਥਾ ਸੁਣ ਰਿਹਾ, ਬਾਹਰੋਂ ਮੈਂ ਸੇਵਾ ਕਰ ਰਿਹਾ, ਪਰ ਅੰਦਰ ਝੂਠ ਹੈ, ਇਹਦਾ ਮਤਲਬ ਦਿਖਾਵਾ ਕਰ ਰਿਹਾ, ਪਖੰਡ ਕਰ ਰਿਹਾ। ਸੱਚੋਂ ਉਰੇ ਸਭ ਕੋ ਉੱਪਰ ਸੱਚ ਅਚਾਰ, ਹਰ ਚੀਜ਼ ਸੱਚ ਤੋਂ ਉਰੇ ਹੈ, ਸਭ ਤੋਂ ਉੱਚਾ ਸੱਚ ਹੈ। ਗੁਣ ਜੰਝ ਲਾੜੇ ਨਾਲ ਸੋਹੇ, ਪਰਖ ਮੋਹਣੀਆਂ ਲਿਆ, ਗੁਰਬਾਣੀ ਦੇ ਬਚਨ। ਗੁਣਾਂ ਦੀ ਜੰਝ ਲਾੜੇ ਨਾਲ ਸ਼ੋਭਦੀ ਹੈ, ਤੇ ਲਾੜਾ ਹੈ ਸੱਚ। ਤੇ ਜੇ ਤੇਰੇ ਅੰਦਰ ਸੱਚ ਰੂਪੀ ਲਾੜਾ ਹੈ ਨਾ, ਬਰਾਤੀ ਚਾਰ ਵੀ ਹੋਣਗੇ ਤੇ ਚੱਲ ਜਾਣਗੇ। ਜੇ ਅੰਦਰ ਸੱਚ ਹੈ, ਬਾਣੀਆਂ ਚਾਰ ਘੱਟ ਵੀ ਪੜ੍ਹ ਲਏਗਾ, ਚੱਲ ਜਾਏਗਾ। ਜੇ ਅੰਦਰ ਸੱਚ ਹੈ, ਲੰਗਰ 'ਚ ਚਾਰ ਭਾਂਡੇ ਘੱਟ ਵੀ ਮਾਂਜ ਲਏਗਾ ਤੇ ਚੱਲ ਜਾਏਗਾ।
ਜੇ ਅੰਦਰ ਸੱਚ ਹੈ, ਕੀਰਤਨ ਦੇ ਵਿੱਚ ਅੱਧਾ ਘੰਟਾ ਘੱਟ ਵੀ ਬਹਿ ਜਾਏਗਾ ਤੇ ਚੱਲ ਜਾਏਗਾ, ਕਿਉਂਕਿ ਅੰਦਰ ਤੇ ਸੱਚ ਹੈ ਨਾ। ਜੇ ਅੰਦਰ ਸੱਚ ਹੈ, ਜੇ ਲਾੜਾ ਨਾਲ ਹੈ ਤੇ ਬਰਾਤੀ ਥੋੜੇ ਵੀ ਚੱਲ ਜਾਣਗੇ, ਪਰ ਜੇ ਲਾੜਾ ਨਹੀਂ, 1000 ਬੰਦਿਆਂ ਦੀ ਬਰਾਤ ਵੀ ਕਿਸੇ ਅਰਥ ਨਹੀਂ ਹੈ। ਫਿਰ ਸੱਚੋਂ ਉਰੇ ਸਭ ਕੋ ਉੱਪਰ ਸੱਚ ਆਚਾਰ, ਹਰ ਚੀਜ਼ ਸੱਚ ਤੋਂ ਉਰੇ ਹੈ। ਜੇ ਅੰਦਰ ਸੱਚ ਹੈ ਨਾ, ਤੁਹਾਡੇ ਕਰਮ ਧਰਮ ਸੇਵਾ ਸਿਮਰਨ ਸਾਰਾ ਕੁਝ ਸਫਲ ਹੈ, ਪ੍ਰਵਾਨ ਹੈ। ਫਿਰ ਥੋੜੀ ਸੇਵਾ ਵੀ ਪ੍ਰਵਾਨ ਹੈ, ਥੋੜੀ ਬਾਣੀ ਪੜੀ ਵੀ ਪ੍ਰਵਾਨ ਹੋ ਜਾਂਦੀ ਹੈ। ਤੇ ਜਿੱਦਣ ਸੱਚ ਆ ਜਾਂਦਾ ਹੈ ਨਾ, 5 ਚੀਜ਼ਾਂ 'ਚ ਦੇਖੋ, ਅੱਖਾਂ 'ਚ ਸੱਚ, ਕੰਨਾਂ 'ਚ ਸੱਚ, ਜ਼ੁਬਾਨ ਤੇ ਸੱਚ, ਮਨ ਵਿੱਚ ਸੱਚ ਤੇ ਕਰਮਾਂ 'ਚ ਸੱਚ, ਉਸ ਦਿਨ ਅਸੀਂ ਇੱਕ ਸੱਚ ਦਾ ਰੂਪ ਹੋ ਜਾਂਦੇ ਹਾਂ। ਇੱਕ ਓਂਕਾਰ, ਪ੍ਰਭੂ ਇੱਕ ਹੈ ਕੁੱਲ ਕਾਇਨਾਤ ਵਿੱਚ। ਫਿਰ ਉਸ ਇੱਕ ਓਂਕਾਰ ਦਾ ਰੂਪ ਹੋ ਕੇ ਪ੍ਰਭੂ 'ਚ ਸਮਾ ਜਾਈਦਾ ਹੈ। ਬਸ ਆਹੀ ਹੈ ਸਤਿਗੁਰ ਕੀ ਬਾਣੀ, ਸਤ ਸਰੂਪ ਹੈ ਗੁਰਬਾਣੀ ਬਣੀਏ। ਬਾਣੀ ਸੱਚ ਦਾ, ਪ੍ਰਭੂ ਦਾ ਰੂਪ ਹੈ, ਇਸ ਬਾਣੀ ਦਾ ਰੂਪ ਹੋ ਜਾਓ। ਗੁਰੂ ਨਾਨਕ ਸਾਹਿਬ ਜੀ ਦੇ ਇਸ ਮੰਗਲਾਚਰਨ ਤੋਂ ਅੱਜ ਦੀ ਵਿਚਾਰ ਆਰੰਭ ਕੀਤੀ ਹੈ। ਅਗਲੇ ਦਿਨਾਂ ਦੇ ਵਿੱਚ ਇਸੇ ਲੜੀ ਨੂੰ ਆਪਾਂ ਅਗਾਂਹ ਤੋਰਾਂਗੇ। ਹੋਈਆਂ ਬੇਅੰਤ ਭੁੱਲਾਂ ਕਿਵੇਂ ਕਰਨੀਆਂ ਜੀ, ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।